ओम शांति। आज सुनते हाँ 10 ਸਤੰਬਰ 2021 ਦੇ ਬਾਬਾ ਦੇ ਸਾਕਾਰ ਮਹਾਵਾਕ। ਬਾਬਾ ਬੋਲੇ, ਮਿੱਠੇ ਬੱਚੇ ਜੀ ਬਾਬਾ, ਤੁਸੀਂ ਰੂਹਾਨੀ ਬਾਪ ਤੋਂ ਨਵੀਆਂ ਰੂਹਾਨੀ ਗੱਲਾਂ ਸੁਣ ਰਹੇ ਹੋ। ਤੁਸੀਂ ਜਾਣਦੇ ਹੋ ਜਿਵੇਂ ਅਸੀਂ ਆਤਮਾਵਾਂ ਆਪਣਾ ਰੂਪ ਬਦਲ ਕੇ ਆਏ, ਉਵੇਂ ਬਾਪ ਵੀ ਆਏ ਨੇ। ਪ੍ਰਸ਼ਨ ਹੈ, ਛੋਟੇ ਬੱਚੇ ਬਾਪ ਦੀ ਸਮਝਾਣੀ ਤੇ ਚੰਗੀ ਤਰ੍ਹਾਂ ਧਿਆਨ ਦੇਣ ਤਾਂ ਕਿਹੜਾ ਟਾਈਟਲ ਲੈ ਸਕਦੇ ਨੇ? ਉੱਤਰ, ਸਪਿਰਿਚੁਅਲ ਲੀਡਰ ਦਾ। ਛੋਟੇ ਬੱਚੇ, ਜੇਕਰ ਕੋਈ ਹਿੰਮਤ ਦਾ ਕੰਮ ਕਰਕੇ ਦਿਖਾਣ, ਬਾਪ ਜੋ ਸੁਣਾਉਂਦੇ ਨੇ ਉਸ ਤੇ ਧਿਆਨ ਦੇਣ, ਦੂਜਿਆਂ ਨੂੰ ਸਮਝਾਣ ਤਾਂ ਉਹਨੂੰ ਸਭ ਪਿਆਰ ਕਰਨਗੇ। ਬਾਪ ਦਾ ਨਾਂ ਵੀ ਬਾਲਾ ਹੋ ਜਾਏਗਾ। ਗੀਤ ਹੈ, ਛੱਡ ਵੀ ਦੇ ਆਕਾਸ਼ ਸਿੰਘਾਸਨ। ਓਮ ਸ਼ਾਂਤੀ। ਬੱਚਿਆਂ ਨੇ ਬੁਲਾਇਆ, ਬਾਪ ਨੇ ਰਿਸਪੌਂਸ ਕੀਤਾ। ਪ੍ਰੈਕਟੀਕਲ ਵਿੱਚ ਬੱਚੇ ਕੀ ਕਹਿੰਦੇ ਨੇ? ਬਾਬਾ, ਤੁਸੀਂ ਫਿਰ ਤੋਂ ਰਾਵਣ ਰਾਜ ਵਿੱਚ ਆ ਜਾਓ। ਅੱਖਰ ਵੀ ਹੈ ਨਾ, ਫਿਰ ਤੋਂ ਮਾਇਆ ਦਾ ਪਰਛਾਇਆ ਪੈ ਗਿਆ ਹੈ। ਮਾਇਆ ਕਿਹਾ ਜਾਂਦਾ ਹੈ ਰਾਵਣ ਨੂੰ, ਤਾਂ ਪੁਕਾਰਦੇ ਨੇ ਰਾਵਣ ਰਾਜ ਆ ਗਿਆ ਹੈ। ਇਸ ਲਈ ਫਿਰ ਤੋਂ ਆ ਜਾਓ। ਰਾਵਣ ਦੇ ਰਾਜ ਵਿੱਚ ਇੱਥੇ ਬਹੁਤ ਦੁੱਖ ਹੈ। ਅਸੀਂ ਬਹੁਤ ਦੁਖੀ ਪਾਪਾਤਮਾ ਬਣ ਗਏ ਹਾਂ। ਹੁਣ ਬਾਪ ਪ੍ਰੈਕਟੀਕਲ ਵਿੱਚ ਹੈ। ਬੱਚੇ ਜਾਣਦੇ ਨੇ ਇਹ ਉਹੀ ਮਹਾਭਾਰਤ ਲੜਾਈ ਵੀ ਖੜੀ ਹੈ। ਬਾਪ ਗਿਆਨ ਤੇ ਰਾਜਯੋਗ ਸਿਖਾ ਰਹੇ ਨੇ, ਬੁਲਾਉਂਦੇ ਵੀ ਨੇ। ਹੇ ਨਿਰਾਕਾਰ ਪਰਮਪਿਤਾ ਪਰਮਾਤਮਾ, ਨਿਰਾਕਾਰ ਤੋਂ ਆ ਕੇ ਸਾਕਾਰੀ ਰੂਪ ਲਓ, ਰੂਪ ਬਦਲੋ। ਬਾਪ ਸਮਝਾਉਂਦੇ ਨੇ ਤੁਸੀਂ ਵੀ ਉੱਥੋਂ ਦੇ ਰਹਿਣ ਵਾਲੇ ਹੋ, ਬ੍ਰਹਮ ਤੱਤਵ ਜਾਂ ਨਿਰਾਕਾਰੀ ਦੁਨੀਆ। ਤੁਸੀਂ ਵੀ ਰੂਪ ਬਦਲਿਆ ਹੈ, ਇਹ ਕੋਈ ਨਹੀਂ ਜਾਣਦੇ। ਜੋ ਆਤਮਾ ਨਿਰਾਕਾਰ, ਉਹ ਆ ਕੇ ਸਾਕਾਰ ਸਰੀਰ ਧਾਰਨ ਕਰਦੀ ਹੈ, ਉਹ ਹੈ ਨਿਰਾਕਾਰੀ ਵਰਡ। ਇਹ ਹੈ ਸਾਕਾਰੀ ਦੁਨੀਆ ਤੇ ਉਹ ਹੈ ਆਕਾਰੀ ਦੁਨੀਆ। ਤਿੰਨੋਂ ਅਲੱਗ-ਅਲੱਗ ਨੇ। ਤੁਹਾਡੀ ਬੁੱਧੀ ਵਿੱਚ ਹੈ ਅਸੀਂ ਸ਼ਾਂਤੀ ਧਾਮ, ਨਿਰਵਾਣ ਧਾਮ ਤੋਂ ਆਉਂਦੇ ਹਾਂ। ਬਾਪ ਨੂੰ ਜਦ ਪਹਿਲੀ ਨਵੀਂ ਰਚਨਾ ਰਚਣੀ ਹੁੰਦੀ ਹੈ ਤਾਂ ਸੂਖਸ਼ਮ ਵਤਨ ਨੂੰ ਹੀ ਰਚਣਗੇ। ਸੂਖਸ਼ਮ ਵਤਨ ਵਿੱਚ ਹੁਣ ਤੁਸੀਂ ਜਾ ਸਕਦੇ ਹੋ, ਫਿਰ ਕਦੇ ਜਾਣਾ ਨਹੀਂ ਹੁੰਦਾ। ਪਹਿਲੇ ਤੁਸੀਂ ਵਾਇਆ ਸੂਖਮ ਵਤਨ ਨਹੀਂ ਆਉਂਦੇ ਹੋ, ਸਿੱਧੇ ਆਉਂਦੇ ਹੋ। ਹੁਣ ਤੁਸੀਂ ਸੂਖਮ ਵਤਨ ਆ ਜਾ ਸਕਦੇ ਹੋ। ਪੈਦਲ ਜਾਣ ਦੀ ਗੱਲ ਨਹੀਂ। ਸਾਖਸ਼ਤਕਾਰ ਹੁੰਦਾ ਹੈ ਤੁਸੀਂ ਬੱਚਿਆਂ ਨੂੰ। ਮੂਲ ਵਤਨ ਦਾ ਵੀ ਸਾਖਸ਼ਤਕਾਰ ਹੋ ਸਕਦਾ ਹੈ ਪਰ ਜਾ ਨਹੀਂ ਸਕਦੇ। ਵੈਕੁੰਠ ਦਾ ਵੀ ਸਾਖਸ਼ਤਕਾਰ ਹੋ ਸਕਦਾ ਹੈ ਪਰ ਜਾ ਨਹੀਂ ਸਕਦੇ। ਜਦੋਂ ਤੱਕ ਸੰਪੂਰਨ ਪਵਿੱਤਰ ਨਹੀਂ ਬਣੇ, ਤੁਸੀਂ ਨਹੀਂ ਕਹਿ ਸਕਦੇ ਕਿ ਅਸੀਂ ਸੂਖਮ ਵਤਨ ਵਿੱਚ ਜਾ ਸਕਦੇ ਹਾਂ। ਤੁਸੀਂ ਸਾਖਸ਼ਤਕਾਰ ਕਰ ਸਕਦੇ ਹੋ। ਸ਼ਿਵ ਬਾਬਾ, ਦਾਦਾ ਤੇ ਤੁਸੀਂ ਬੱਚੇ ਕਿਵੇਂ ਨਵੀਂ ਰੂਹਾਨੀ ਗੱਲਾਂ ਸੁਣਦੇ ਹੋ। ਇਹ ਗੱਲਾਂ ਦੁਨੀਆ ਵਿੱਚ ਕੋਈ ਵੀ ਨਹੀਂ ਜਾਣਦਾ। ਭਲੇ ਕਹਿੰਦੇ ਨੇ ਇਨਕਾਰਪੋਰੀਅਲ ਵਰਡ, ਨਿਰਾਕਾਰੀ ਦੁਨੀਆ, ਪਰ ਕਿਸੇ ਨੂੰ ਪਤਾ ਨਹੀਂ ਉਹ ਕਿਹੋ ਜਿਹੀ ਹੁੰਦੀ ਹੈ। ਪਹਿਲੇ ਤਾਂ ਆਤਮਾ ਨੂੰ ਹੀ ਨਹੀਂ ਜਾਣਦੇ ਤਾਂ ਨਿਰਾਕਾਰੀ ਦੁਨੀਆ ਨੂੰ ਕਿਵੇਂ ਜਾਣਨਗੇ? ਬਾਪ ਆ ਕੇ ਪਹਿਲੇ ਆਤਮਾ ਦਾ ਰਿਅਲਾਈਜ਼ੇਸ਼ਨ ਕਰਾਉਂਦੇ ਨੇ। ਤੁਸੀਂ ਆਤਮਾ ਹੋ, ਫਿਰ ਰੂਪ ਬਦਲਿਆ ਹੈ, ਅਰਥਾਤ ਨਿਰਾਕਾਰ ਤੋਂ ਸਾਕਾਰ ਵਿੱਚ ਆਏ ਹੋ। ਹੁਣ ਤੁਸੀਂ ਸਮਝਦੇ ਹੋ ਸਾਡੀ ਆਤਮਾ 84 ਜਨਮ ਕਿਵੇਂ ਭੋਗਦੀ ਹੈ। ਸਾਰਾ ਪਾਠ ਆਤਮਾ ਵਿੱਚ ਰਿਕਾਰਡ ਮਾਫਿਕ ਭਰਿਆ ਹੋਇਆ ਹੈ। ਪਹਿਲੇ ਇਹੋ ਗੱਲਾਂ ਸੁਣਾਉਂਦੇ ਸੀ। ਹੁਣ ਬਾਪ ਕਹਿੰਦੇ ਨੇ ਤੁਹਾਨੂੰ ਗੁਆ ਰਮਨੀਕ ਬਾਤਾਂ ਗੱਲਾਂ ਸੁਣਾਉਂਦਾ ਹਾਂ ਜੋ ਤੁਸੀਂ ਨਹੀਂ ਜਾਣਦੇ ਸੀ, ਉਹ ਹੁਣ ਜਾਣਦੇ ਹੋ। ਨਵੀਂ ਪੁਆਇੰਟ ਬੁੱਧੀ ਵਿੱਚ ਆਂਦੀ ਜਾਂਦੀ ਰਹਿੰਦੀ ਹੈ। ਇਸ ਲਈ ਦੂਜਿਆਂ ਨੂੰ ਵੀ ਝਟ ਸਮਝਾ ਸਕਦੇ ਹੋ। ਦਿਨ ਪ੍ਰਤੀ ਦਿਨ ਬ੍ਰਾਹਮਣਾਂ ਦਾ ਝਾੜ ਵੱਧਦਾ ਜਾਏਗਾ। ਇੱਥੇ ਫਿਰ ਦੇਵੀ ਝਾੜ ਬਣਨਾ ਹੈ। ਬ੍ਰਾਹਮਣ ਹੀ ਵਰਿੱਧੀ ਨੂੰ ਪਾਣਗੇ। ਦੇਖੋਗੇ ਕਿਵੇਂ ਛੋਟੇ ਆਂਦੇ ਨੇ। ਜਿਵੇਂ ਵਰਲਡ ਦੇ ਨਕਸ਼ੇ ਵਿੱਚ ਇੰਡੀਆ ਨੂੰ ਦੇਖਦੇ ਨੇ ਤਾਂ ਕਿੰਨੀ ਛੋਟੀ ਦਿਖਾਈ ਦਿੰਦੀ ਹੈ। ਵਾਸਤਵ ਵਿੱਚ ਇੰਡੀਆ ਹੈ ਕਿੰਨੀ ਵੱਡੀ। ਉਵੇਂ ਗਿਆਨ ਦੇ ਲਈ ਕਿਹਾ ਜਾਂਦਾ ਮਨ ਮਨਾ ਭਵ, ਅਰਥਾਤ ਅਲਫ ਬਾਪ ਨੂੰ ਯਾਦ ਕਰੋ। ਬੀਜ ਕਿੰਨਾ ਛੋਟਾ ਹੈ, ਝਾੜ ਕਿੰਨਾ ਵੱਡਾ ਨਿਕਲਦਾ ਹੈ। ਇਹ ਬ੍ਰਾਹਮਣ ਕੁਲ ਵੀ ਛੋਟਾ ਹੈ, ਵਰਿੱਧੀ ਨੂੰ ਪਾਉਂਦਾ ਜਾਂਦਾ ਹੈ। ਤੁਹਾਡੀ ਬੁੱਧੀ ਵਿੱਚ ਹੈ ਇਸ ਸਮੇਂ ਅਸੀਂ ਬ੍ਰਾਹਮਣ ਹਾਂ, ਫਿਰ ਦੇਵਤਾ ਬਣਾਂਗੇ। 84 ਜਨਮਾਂ ਦੀ ਸੀੜੀ ਬਹੁਤ ਚੰਗੀ ਹੈ। ਬੱਚੇ ਸਮਝਾ ਸਕਦੇ ਨੇ। ਜੋ 84 ਜਨਮ ਲੈਂਦੇ ਨੇ ਉਹੀ ਆ ਕੇ ਸਮਝਦੇ ਨੇ। ਕੋਈ 84, ਕੋਈ 80 ਵੀ ਲੈਂਦੇ ਹੋਣਗੇ।
ਇਹ ਤਾਂ ਸਮਝਦੇ ਹੋ ਨਾ ਕਿ ਅਸੀਂ ਇਸ दैवी ਕੁਲ ਦੇ ਹਾਂ। ਅਸੀਂ ਸੂਰਯਵੰਸ਼ੀ ਘਰਾਣੇ ਦੇ ਬਣਾਂਗੇ। ਅਗਰ ਨਾ ਪਾਸ ਹੋਵਾਂਗੇ ਤਾਂ ਦੇਰੀ ਤੋਂ ਆਵਾਂਗੇ। ਸਾਰੇ ਇਕੱਠੇ ਨਹੀਂ ਆ ਸਕਦੇ। ਭਲੇ ਗਿਆਨ ਬਹੁਤ ਲੈਂਦੇ ਰਹਿੰਦੇ ਨੇ, ਪਰ ਇਕੱਠੇ ਨਹੀਂ ਆਣਗੇ ਨਾ। ਜਾਣਗੇ ਇਕੱਠੇ, ਆਣਗੇ ਥੋੜੇ ਥੋੜੇ। ਇਹ ਸਾਰੀ ਸਮਝ ਦੀ ਗੱਲ ਹੈ। ਸਾਰੇ ਇਕੱਠੇ 84 ਜਨਮ ਕਿਵੇਂ ਲੈਣਗੇ? ਬਾਪ ਨੂੰ ਬੁਲਾਉਂਦੇ ਨੇ, ਬਾਬਾ ਫਿਰ ਤੋਂ ਆ ਕੇ ਗੀਤਾ ਦਾ ਗਿਆਨ ਸੁਣਾਓ ਤਾਂ ਸਿੱਧ ਹੁੰਦਾ ਹੈ। ਜਦੋਂ ਮਹਾਭਾਰਤ ਲੜਾਈ ਹੁੰਦੀ ਹੈ, ਉਸ ਸਮੇਂ ਗੀਤਾ ਦਾ ਗਿਆਨ ਸੁਣਾਉਂਦੇ ਨੇ। ਉਸ ਨੂੰ ਰਾਜਯੋਗ ਕਿਹਾ ਜਾਂਦਾ ਹੈ। ਹੁਣ ਤੁਸੀਂ ਰਾਜਯੋਗ ਸਿੱਖ ਰਹੇ ਹੋ। ਕਲਪ 5000 ਵਰੇ ਬਾਅਦ ਬਾਬਾ ਆ ਕੇ ਗਿਆਨ ਦਿੰਦੇ ਨੇ। ਸਤਨਾਰਾਇਣ ਦੀ ਕਥਾ ਸੁਣਦੇ ਨੇ ਨਾ। ਇਹ ਕਿੱਥੋਂ ਆਏ ਕਿੱਥੇ ਗਏ ਨਹੀਂ ਜਾਣਦੇ। ਬਾਪ ਸਮਝਾਉਂਦੇ ਨੇ, ਬੱਚੇ ਇਹ ਰਾਵਣ ਦੀ ਪਰਛਾਇਆ ਜੋ ਪੜੀ ਹੈ, ਉਹ ਡਰਾਮਾ ਅਨੁਸਾਰ ਰਾਵਣ ਰਾਜ ਖਤਮ ਹੋਣਾ ਹੈ। ਸਤਜੁਗ ਵਿੱਚ ਹੈ ਰਾਮ ਰਾਜ ਔਰ ਇਸ ਸਮੇਂ ਹੈ ਰਾਵਣ ਰਾਜ। ਹੁਣ ਤੁਸੀਂ ਸਮਝਦੇ ਹੋ। ਸਾਡੇ ਵਿੱਚ ਜੋ ਗਿਆਨ ਆਇਆ ਹੈ ਉਹ ਇਸ ਦੁਨੀਆ ਵਿੱਚ ਕਿਸੇ ਨੂੰ ਨਹੀਂ। ਸਾਡੀ ਇਹ ਨਵੀਂ ਪੜ੍ਹਾਈ ਹੈ ਨਵੀਂ ਦੁਨੀਆ ਦੇ ਲਈ। ਗੀਤਾ ਵਿੱਚ ਕ੍ਰਿਸ਼ਨ ਦਾ ਨਾਮ ਲਿਖਿਆ ਹੈ, ਉਹ ਤਾਂ ਪੁਰਾਣੀ ਗੱਲ ਹੋਈ ਨਾ। ਹੁਣ ਤੁਸੀਂ ਨਵੀਆਂ ਗੱਲਾਂ ਸੁਣ ਰਹੇ ਹੋ। ਕਹਿਣਗੇ ਇਹ ਤਾਂ ਕਦੇ ਨਹੀਂ ਸੁਣਿਆ ਸ਼ਿਵ ਭਗਵਾਨੋਵਾਚ। ਅਸੀਂ ਤਾਂ ਕ੍ਰਿਸ਼ਨ ਭਗਵਾਨੋਵਾਚ ਸੁਣਦੇ ਆਏ ਹਾਂ। ਤੁਸੀਂ ਨਵੀਂ ਦੁਨੀਆ ਦੇ ਲਈ ਐਵਰੀਥਿੰਗ ਨਿਊ ਸੁਣਦੇ ਹੋ। ਇਹ ਸਭ ਜਾਣਦੇ ਨੇ ਭਾਰਤ ਪ੍ਰਾਚੀਨ ਹੈ, ਪਰ ਕਦੋਂ ਸੀ? ਇਹਨਾਂ ਲక్ష్ਮੀ ਨਾਰਾਇਣ ਦਾ ਰਾਜ ਕਦੋਂ ਚੱਲਿਆ? ਇਹਨਾਂ ਨੇ ਰਾਜ ਕਿਵੇਂ ਪਾਇਆ, ਫਿਰ ਕਿੱਥੇ ਚਲਾ ਗਿਆ? ਇਹ ਕਿਸੇ ਦੀ ਬੁੱਧੀ ਵਿੱਚ ਨਹੀਂ ਆਂਦਾ। ਕੀ ਹੋਇਆ ਜੋ ਇਹਨਾਂ ਦਾ ਰਾਜ ਖਤਮ ਹੋ ਗਿਆ? ਕਿਸਨੇ ਜਿੱਤ ਪਾਈ? ਕੁਝ ਵੀ ਨਹੀਂ ਸਮਝਦੇ। ਉਹ ਲੋਕ ਤਾਂ ਸਤਜੁਗ ਨੂੰ ਲੱਖਾਂ ਵਰਸ਼ ਦੇ ਦਿੰਦੇ। ਇਹ ਹੋ ਨਹੀਂ ਸਕਦਾ ਕਿ ਲక్ష్ਮੀ ਨਾਰਾਇਣ ਨੇ ਲੱਖਾਂ ਵਰਸ਼ ਰਾਜ ਕੀਤਾ ਹੋਏਗਾ। ਫਿਰ ਤਾਂ ਸੂਰਜਵੰਸ਼ੀ ਰਾਜਾ ਘਣੇ ਹੋ ਜਾਣ, ਕਿਸੇ ਦਾ ਵੀ ਨਾਮ ਨਹੀਂ ਹੈ। 1250 ਵਰੇ ਦਾ ਕਿਸੇ ਨੂੰ ਪਤਾ ਨਹੀਂ। ਫਿਰ ਲక్ష్ਮੀ ਨਾਰਾਇਣ ਦਾ ਰਾਜ ਕਿੱਥੇ ਤੱਕ ਚੱਲਿਆ, ਇਹ ਵੀ ਕਿਸੇ ਨੂੰ ਪਤਾ ਨਹੀਂ। ਤਾਂ ਲੱਖਾਂ ਵਰਿਆਂ ਦਾ ਕਿਵੇਂ ਪਤਾ ਪੈ ਸਕਦਾ ਹੈ? ਕਿਸੇ ਦੀ ਬੁੱਧੀ ਕੰਮ ਨਹੀਂ ਕਰਦੀ। ਹੁਣ ਤੁਸੀਂ ਛੋਟੇ ਛੋਟੇ ਝਟ ਸਮਝਾ ਸਕਦੇ ਹੋ। ਇਹ ਬੜੀ ਸਹਿਜ ਗੱਲ ਹੈ। ਭਾਰਤ ਦੀ ਕਹਾਣੀ ਹੈ, ਸਾਰੀ ਸਟੋਰੀ ਹੈ। ਸਤਜੁਗ ਤ੍ਰੇਤਾ ਵਿੱਚ ਭਾਰਤਵਾਸੀ ਰਾਜਾ ਸੀ। ਅਲੱਗ-ਅਲੱਗ ਚਿੱਤਰ ਵੀ ਨੇ। ਇੱਥੇ ਤਾਂ ਹਜ਼ਾਰਾਂ ਵਰਸ਼ ਕਹਿ ਦਿੰਦੇ ਨੇ। ਬਾਪ ਕਹਿੰਦੇ ਨੇ ਇਹ ਸਾਰੀ 5000 ਸਾਲਾਂ ਦੀ ਗੱਲ ਹੈ। ਅੱਜ ਤੋਂ 5000 ਵਰੇ ਪਹਿਲੇ ਲక్ష్ਮੀ ਨਾਰਾਇਣ ਦਾ ਰਾਜ ਸੀ, ਡਿਨਾਇਸਟੀ ਸੀ। ਫਿਰ ਪੁਨਰ ਜਨਮ ਲੈਣਾ ਪਵੇ। ਛੋਟੀ ਛੋਟੀ ਬੱਚੀਆਂ ਥੋੜਾ ਵੀ ਬੈਠ ਸਮਝਾਣ ਤਾਂ ਸਮਝਣਗੇ। ਇਹ ਤਾਂ ਬੜੀ ਚੰਗੀ ਨੌਲੇਜ ਪੜੀਆਂ ਹੋਈਆਂ ਨੇ। ਇਹ ਸਪਿਰਿਚੁਅਲ ਨੌਲੇਜ ਸਿਵਾਏ ਸਪਿਰਿਚੁਅਲ ਫਾਦਰ ਦੇ ਹੋਰ ਕੋਈ ਕੋਲ ਹੈ ਨਹੀਂ। ਤੁਸੀਂ ਕਹੋਗੇ ਸਾਨੂੰ ਵੀ ਸਪਿਰਿਚੁਅਲ ਫਾਦਰ ਨੇ ਆ ਕੇ ਦੱਸਿਆ। ਆਤਮਾ ਸਰੀਰ ਦੁਆਰਾ ਸੁਣਦੀ ਹੈ। ਆਤਮਾ ਹੀ ਕਹੇਗੀ ਮੈਂ ਫਲਾਣਾ ਬਣਾਂਗੀ। ਸੈਲਫ ਨੂੰ ਮਨੁੱਖ ਰਿਅਲਾਈਜ਼ ਨਹੀਂ ਕਰਦੇ। ਹੁਣ ਬਾਪ ਨੇ ਰਿਅਲਾਈਜ਼ ਕਰਾਇਆ। ਅਸੀਂ ਆਤਮਾ 84 ਜਨਮ ਪੂਰੇ ਲੈਂਦੇ ਹਾਂ। ਐਜੀਆਂ ਗੱਲਾਂ ਬੈਠ ਸਮਝਾਓ ਤਾਂ ਕਹਿਣਗੇ ਇਹਨਾਂ ਨੂੰ ਬੜੀ ਚੰਗੀ ਨੌਲੇਜ ਹੈ। ਗॉड ਨੌਲੇਜਫੁਲ ਹੈ ਨਾ। ਗਾਂਦੇ ਵੀ ਨੇ ਗॉड ਇਜ਼ ਨੌਲੇਜਫੁਲ, ਬਲਿਸਫੁਲ, ਲਿਬਰੇਟਰ, ਗਾਈਡ। ਪਰ ਕਿੱਥੇ ਲੈ ਜਾਣ ਵਾਲਾ ਹੈ ਇਹ ਕੋਈ ਨਹੀਂ ਜਾਣਦੇ। ਇਹ ਬੱਚੇ ਸਮਝਾ ਸਕਦੇ ਨੇ। ਸਪਿਰਿਚੁਅਲ ਫਾਦਰ ਨੌਲੇਜਫੁਲ ਹੈ। ਉਹਨਾਂ ਨੂੰ ਬਲਿਸਫੁਲ ਵੀ ਕਿਹਾ ਜਾਂਦਾ ਹੈ। ਲਿਬਰੇਟ ਉਦੋਂ ਆ ਕੇ ਕਰਦੇ ਨੇ ਜਦੋਂ ਮਨੁੱਖ ਦੁਖੀ ਹੁੰਦੇ ਨੇ। ਇੱਕ ਰਾਵਣ ਦਾ ਰਾਜ ਹੁੰਦਾ ਹੈ। ਹੈਵਨਲੀ ਗੋਡ ਫਾਦਰ ਕਿਹਾ ਜਾਂਦਾ ਹੈ। ਹੈਲ ਨੂੰ ਰਾਵਣ ਰਾਜ ਕਿਹਾ ਜਾਂਦਾ ਹੈ। ਇਹ ਨੌਲੇਜ ਕਿਸੇ ਨੂੰ ਵੀ ਬੈਠ ਸੁਣਾਓ ਤਾਂ ਜੱਟ ਕਹਿਣਗੇ ਇਹ ਸਭ ਨੂੰ ਚੁਣਾਓ, ਪਰੰਤੂ ਧਾਰਨਾ ਚੰਗੀ ਚਾਹੀਦੀ ਹੈ। ਪ੍ਰਦਰਸ਼ਨੀ ਦੇ ਚਿੱਤਰਾਂ ਦੀ ਮੈਗਜ਼ੀਨ ਵੀ ਹੈ, ਸਮਝਣਗੇ। ਇਸ ਤੇ ਬੜੀ ਸਰਵਿਸ ਕਰ ਸਕਦੇ ਹਾਂ। ਇਹ ਬੱਚੀ ਜਯੰਤੀ ਬਹਿਨ ਲੰਦਨ ਵਿੱਚ ਉੱਥੇ ਆਪਣੀ ਟੀਚਰ ਨੂੰ ਸਮਝਾ ਸਕਦੀ ਹੈ। ਉੱਥੇ ਲੰਦਨ ਵਿੱਚ ਵੀ ਸਰਵਿਸ ਕਰ ਸਕਦੇ ਨੇ। ਦੁਨੀਆ ਵਿੱਚ ਠੱਗੀ ਬਹੁਤ ਹੈ ਨਾ। ਰਾਵਣ ਨੇ ਇੱਕਦਮ ਸਭ ਨੂੰ ਠੱਗ ਬਣਾ ਦਿੱਤਾ। ਬੱਚੇ ਸਾਰੇ ਵਰਲਡ ਦੀ ਹਿਸਟਰੀ ਜੀਓਗ੍ਰਾਫੀ ਸਮਝਾ ਸਕਦੇ ਨੇ। ਲక్ష్ਮੀ ਨਾਰਾਇਣ ਦਾ ਰਾਜ ਕਿੰਨਾ ਸਮੇਂ ਚੱਲਿਆ। ਫਿਰ ਫਲਾਣੇ ਸੰਮਤ ਤੋਂ ਇਸਲਾਮੀ, ਬੋਧੀ, ਕ੍ਰਿਸਚਨ ਆਂਦੇ ਨੇ। ਵਰਿੱਧੀ ਹੁੰਦੇ ਹੁੰਦੇ ਵੈਰਾਈਟੀ ਧਰਮਾਂ ਦਾ ਝਾੜ ਕਿੰਨਾ ਵੱਡਾ ਹੋ ਜਾਂਦਾ ਹੈ। ਅੱਧਾ ਕਲਪ ਬਾਅਦ ਹੋਰ ਧਰਮ ਆਂਦੇ ਨੇ। ਅਜਿਹੀਆਂ ਗੱਲਾਂ ਕੋਈ ਬੈਠ ਸੁਣਾਵੇ ਤਾਂ ਸੁਣਨ ਵਾਲੇ ਕਹਿਣਗੇ ਇਹਨਾਂ ਨੂੰ ਕਹਾਂਗੇ ਸਪਿਰਿਚੁਅਲ ਲੀਡਰ ਹੈ, ਕਿਉਂਕਿ ਇਹਨਾਂ ਵਿੱਚ ਸਪਿਰਿਚੁਅਲ ਨੌਲੇਜ ਹੈ ਨਾ।
ਫਿਰ ਕਹਿਣਗੇ ਨੌਲੇਜ ਤਾਂ ਇੰਡੀਆ 'ਚ ਮਿਲ ਰਹੀ ਹੈ। ਸਪਿਰਿਚੁਅਲ ਗੋਡਫਾਦਰ ਦੇ ਰਹੇ ਨੇ, ਉਹ ਹੈ ਬੀਜ ਰੂਪ। ਇਹ ਉਲਟਾ ਝਾੜ ਹੈ। ਬੀਜ ਹੈ ਨੌਲੇਜਫੁਲ, ਬੀਜ ਨੂੰ ਝਾੜ ਦੀ ਨੌਲੇਜ ਤਾਂ ਹੋਵੇਗੀ ਨਾ। ਇਹ ਵੈਰਾਈਟੀ ਰਿਲੀਜੀਅਨ ਦਾ ਝਾੜ ਹੈ। ਭਾਰਤ ਦਾ ਡੀਟੀ ਰਿਲੀਜੀਅਨ ਕਿਹਾ ਜਾਂਦਾ ਹੈ। ਪਹਿਲੇ ਲక్ష్ਮੀ ਨਾਰਾਇਣ ਦਾ ਰਾਜ, ਫਿਰ ਹੁੰਦਾ ਹੈ ਰਾਮ ਸੀਤਾ ਦਾ ਰਾਜ। ਅੱਧਾ ਕਲਪ ਤੱਕ ਇਹ ਚੱਲਦਾ ਹੈ। ਬਾਅਦ ਵਿੱਚ ਇਸਲਾਮੀ, ਬੋਧੀ ਝਾੜ ਹੌਲੇ ਹੌਲੇ ਵੱਧਦਾ ਜਾਂਦਾ ਹੈ। ਐਵੇਂ ਜਾ ਕੇ ਇਹ ਬੱਚੀ ਭਾਸ਼ਣ ਕਰੇ, ਸਮਝਾਵੇ ਕਿ ਵ੍ਰਿਕਸ਼ ਕਿਵੇਂ ਇਮਰਜ ਹੁੰਦਾ ਹੈ, ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ, ਅਸੀਂ ਸਮਝਾ ਸਕਦੇ ਹਾਂ। ਵਿਲਾਇਤ ਵਿੱਚ ਹੋਰ ਕੋਈ ਹੈ ਨਹੀਂ। ਇਹ ਬੱਚੀ ਜਾ ਕੇ ਸਮਝਾਏ, ਹੁਣ ਤਾਂ ਆਇਰਨ ਏਜ ਦਾ ਅੰਤ ਹੈ, ਗੋਲਡਨ ਏਜ ਆਉਣ ਵਾਲਾ ਹੈ, ਤਾਂ ਲੋਕ ਬੜੇ ਖੁਸ਼ ਹੋਣਗੇ। ਬਾਬਾ ਯੁਕਤੀ ਬਤਾਉਂਦੇ ਰਹਿੰਦੇ ਨੇ, ਉਸ ਤੇ ਧਿਆਨ ਦੇਣਾ ਚਾਹੀਦਾ ਹੈ। ਛੋਟੇ ਬੱਚਿਆਂ ਨੂੰ ਬਹੁਤ ਮਾਣ ਮਿਲੇ। ਛੋਟਾ ਕੋਈ ਹਿੰਮਤ ਦਾ ਕੰਮ ਕਰਦਾ ਹੈ, ਸਾਰੇ ਉਸ ਨੂੰ ਬਹੁਤ ਪਿਆਰ ਕਰਦੇ ਨੇ। ਬਾਬਾ ਨੂੰ ਇਹ ਹੁੰਦਾ ਹੈ ਐਵੇਂ ਬੱਚੇ ਅਟੈਂਸ਼ਨ ਦੇਣ ਤਾਂ ਸਪਿਰਿਚੁਅਲ ਲੀਡਰ ਬਣ ਜਾਣ। ਸਪਿਰਿਚੁਅਲ ਗੋਡਫਾਦਰ ਹੀ ਬੈਠ ਨੌਲੇਜ ਦਿੰਦੇ ਨੇ। ਕ੍ਰਿਸ਼ਨ ਨੂੰ ਗੋਡਫਾਦਰ ਕਹਿਣਾ ਭੁੱਲ ਹੈ। ਗੋਡ ਤਾਂ ਹੈ ਨਿਰਾਕਾਰ। ਅਸੀਂ ਸਭ ਆਤਮਾਵਾਂ ਬ੍ਰਦਰਸ ਹੈ, ਉਹ ਬਾਪ ਹੈ। ਸਭ ਆਇਰਨ ਏਜ ਵਿੱਚ ਜਦੋਂ ਦੁਖੀ ਹੁੰਦੇ ਨੇ ਉਦੋਂ ਬਾਪ ਆਉਂਦੇ ਨੇ। ਜਦੋਂ ਆਇਰਨ ਏਜ ਹੁੰਦਾ ਹੈ ਤਾਂ ਬਾਪ ਨੂੰ ਗੋਲਡਨ ਏਜ ਸਥਾਪਨ ਕਰਨ ਆਣਾ ਪੈਂਦਾ ਹੈ। ਭਾਰਤ ਪ੍ਰਾਚੀਨ ਸੁਖ ਧਾਮ ਸੀ, ਹੈਵਨ ਸੀ। ਬਹੁਤ ਥੋੜੇ ਮਨੁੱਖ ਸੀ, ਬਾਕੀ ਐਨੀ ਆਤਮਾਵਾਂ ਕਿੱਥੇ ਸੀ? ਸ਼ਾਂਤੀ ਧਾਮ ਵਿੱਚ ਸੀ ਨਾ। ਐਵੇਂ ਸਮਝਾਉਣਾ ਚਾਹੀਦਾ ਹੈ। ਇਸ ਵਿੱਚ ਡਰਨ ਦੀ ਕੋਈ ਗੱਲ ਨਹੀਂ। ਇਹ ਤਾਂ ਕਹਾਣੀ ਹੈ। ਕਹਾਣੀ ਤਾਂ ਖੁਸ਼ੀ ਨਾਲ ਦੱਸੀ ਜਾਂਦੀ ਹੈ ਨਾ। ਵਰਡ ਦੀ ਹਿਸਟਰੀ ਜੀਓਗ੍ਰਾਫੀ ਕਿਵੇਂ ਰਿਪੀਟ ਹੁੰਦੀ ਹੈ, ਉਸ ਨੂੰ ਕਹਾਣੀ ਵੀ ਕਹਿ ਸਕਦੇ ਹੋ, ਨੌਲੇਜ ਵੀ ਕਹਿ ਸਕਦੇ ਹੋ। ਤੁਸੀਂ ਇਹ ਯਾਦ ਪੱਕੀ ਹੋਣੀ ਚਾਹੀਦੀ ਹੈ। ਬਾਪ ਕਹਿੰਦੇ ਨੇ ਮੇਰੀ ਆਤਮਾ ਵਿੱਚ ਸਾਰੇ ਝਾੜ ਦਾ ਗਿਆਨ ਹੈ ਜੋ ਮੈਂ ਰਿਪੀਟ ਕਰਦਾ ਹਾਂ। ਨੌਲੇਜਫੁਲ ਬਾਪ ਬੱਚਿਆਂ ਨੂੰ ਨੌਲੇਜ ਦੇ ਰਹੇ ਨੇ। ਇਹ ਜਾਕਰ ਨੌਲੇਜ ਦੇਵੇਗੀ ਤਾਂ ਕਹਿਣਗੇ ਤੁਸੀਂ ਹੋਰਾਂ ਨੂੰ ਵੀ ਬੁਲਾਓ, ਤਾਂ ਬੋਲੋ ਹਾਂ ਬੁਲਾ ਸਕਦੇ ਹਾਂ, ਕਿਉਂਕਿ ਉਹ ਲੋਕ ਜਾਣਨਾ ਚਾਹੁੰਦੇ ਨੇ ਕਿ ਭਾਰਤ ਦਾ ਪ੍ਰਾਚੀਨ ਰਾਜਯੋਗ ਕੀ ਸੀ, ਜਿਸ ਤੋਂ ਭਾਰਤ ਸਵਰਗ ਬਣਿਆ। ਇਹ ਕੋਈ ਤਾਂ ਸਮਝਾਏ। ਹੁਣ ਸੰਨਿਆਸੀ ਕੀ ਸੁਣਾਣਗੇ? ਸਪਿਰਿਚੁਅਲ ਗਿਆਨ ਸਿਰਫ ਗੀਤਾ ਵਿੱਚ ਹੈ। ਉਹ ਜਾ ਕੇ ਗੀਤਾ ਹੀ ਸੁਣਾਉਂਦੇ ਨੇ। ਗੀਤਾ ਕਿੰਨੀ ਪੜ੍ਹਦੇ ਨੇ, ਕੰਠ ਕਰਦੇ ਰਹਿੰਦੇ ਨੇ। ਕਿਆ ਇਹ ਸਪਿਰਿਚੁਅਲ ਨੌਲੇਜ ਹੈ? ਇਹ ਤਾਂ ਬਣੀ ਬਣਾਈ ਹੈ ਮਨੁੱਖਾਂ ਦੇ ਕੋਲ। ਸਪਿਰਿਚੁਅਲ ਨੌਲੇਜ ਕੋਈ ਮਨੁੱਖ ਦੇ ਨਾ ਸਕੇ। ਹੁਣ ਤੁਸੀਂ ਫਰਕ ਸਮਝਦੇ ਹੋ ਉਸ ਗੀਤਾ ਵਿੱਚ ਤੇ ਜੋ ਬਾਬਾ ਸੁਣਾਉਂਦੇ ਨੇ, ਉਸ ਵਿੱਚ ਰਾਤ ਦਿਨ ਦਾ ਫਰਕ ਹੈ। ਦਿੱਤਾ ਫਾਦਰ ਨੇ, ਨਾਮ ਪਾ ਦਿੱਤਾ ਕ੍ਰਿਸ਼ਨ ਦਾ। ਸਤਜੁਗ ਵਿੱਚ ਕ੍ਰਿਸ਼ਨ ਨੂੰ ਇਹ ਨੌਲੇਜ ਨਹੀਂ ਹੈ। ਨੌਲੇਜ ਤਾਂ ਹੈ ਫਾਦਰ ਨੂੰ। ਕਿੰਨੀਆਂ ਅਟਪਟੀਆਂ ਗੱਲਾਂ ਨੇ। ਕ੍ਰਿਸ਼ਨ ਦੀ ਆਤਮਾ ਜਦੋਂ ਸਤਜੁਗ ਵਿੱਚ ਸੀ ਤਾਂ ਇਹ ਨੌਲੇਜ ਨਹੀਂ ਸੀ। ਕਿੰਨਾ ਸੂਤ ਮੁੰਝਿਆ ਹੋਇਆ ਹੈ। ਇਹ ਸਭ ਵਿਲਾਇਤ ਵਿੱਚ ਜਾ ਕੇ ਨਾਮ ਨਿਕਾਲ ਸਕਦੇ ਨੇ, ਭਾਸ਼ਣ ਕਰ ਸਕਦੇ ਨੇ। ਬੋਲੋ ਵਰਡ ਦੀ ਹਿਸਟਰੀ ਜੀਓਗ੍ਰਾਫੀ ਦੀ ਨੌਲੇਜ ਅਸੀਂ ਤੁਹਾਨੂੰ ਦੇ ਸਕਦੇ ਹਾਂ। ਗੋਡ ਹੈਵਨ ਸਥਾਪਨ ਕਿਵੇਂ ਕਰਦੇ ਨੇ, ਉਹ ਹੈਵਨ ਤੋਂ ਹੈਲ ਕਿਵੇਂ ਬਣਦਾ ਹੈ, ਪਰਮਾਤਮਾ ਸਵਰਗ ਕਿਵੇਂ ਸਥਾਪਨ ਕਰਦੇ ਨੇ, ਉਹ ਸਵਰਗ ਤੋਂ ਨਰਕ ਕਿਵੇਂ ਬਣਦਾ ਹੈ। ਸੋ ਅਸੀਂ ਤੁਹਾਨੂੰ ਸਮਝਾਉਂਦੇ ਹਾਂ। ਇਹ ਬੈਠ ਕੇ ਲਿਖੇ ਫਿਰ ਦੇਖੇ, ਕੋਈ ਪੁਆਇੰਟ ਭੁੱਲੇ ਤਾਂ ਨਹੀਂ। ਫਿਰ ਯਾਦ ਕਰਕੇ ਲਿਖਣੀ ਚਾਹੀਦੀ ਹੈ। ਅਜਿਹੀ ਪ੍ਰੈਕਟਿਸ ਕਰਨ ਨਾਲ ਬਹੁਤ ਅੱਛਾ ਲਿਖਣਗੇ, ਬਹੁਤ ਅੱਛਾ ਸਮਝਾਣਗੇ, ਤਾਂ ਬਾਪ ਦਾ ਨਾਂ ਬਾਲਾ ਹੋ ਜਾਏਗਾ। ਇੱਥੋਂ ਵੀ ਬਾਬਾ ਕੋਈ ਨੂੰ ਬਾਹਰ ਭੇਜ ਸਕਦਾ ਹੈ। ਇਹ ਜਾ ਕੇ ਸਮਝਾਣ ਤਾਂ ਬਹੁਤ ਚੰਗਾ ਹੈ। 7 ਦਿਨਾਂ ਵਿੱਚ ਬਹੁਤ ਹੁਸ਼ਿਆਰ ਹੋ ਸਕਦੇ ਨੇ। ਬੁੱਧੀ ਵਿੱਚ ਧਾਰਨਾ ਕਰਨੀ ਹੈ। ਬੀਜ ਤੇ ਝਾੜ ਡਿਟੇਲ ਸਮਝਾਣੀ ਹੈ। ਚਿੱਤਰਾਂ ਤੇ ਬਹੁਤ ਚੰਗੀ ਤਰ੍ਹਾਂ ਸਮਝਾ ਸਕਦੇ ਹੋ। ਸਰਵਿਸ ਦਾ ਸ਼ੌਂਕ ਹੋਣਾ ਚਾਹੀਦਾ ਹੈ। ਬਹੁਤ ਉੱਚਾ ਮਰਤਬਾ ਹੋ ਜਾਵੇਗਾ। ਨੌਲੇਜ ਬੜੀ ਸਹਿਜ ਹੈ। ਇਹ ਪੁਰਾਣੀ ਛੀਛੀ ਦੁਨੀਆ, ਸਵਰਗ ਦੇ ਅੱਗੇ ਪੁਰਾਣੀ ਦੁਨੀਆ ਜਿਵੇਂ ਗੋਬਰ ਮਿਸਲ ਹੈ। ਇਸ ਤੋਂ ਬਾਂਸ ਆਂਦੀ ਹੈ, ਬਦਬੂ ਆਂਦੀ ਹੈ। ਉਹ ਸੋਨੇ ਦੀ ਦੁਨੀਆ, ਇਹ ਗੋਏ ਦੀ ਦੁਨੀਆ। ਤੁਸੀਂ ਬੱਚੇ ਜਾਣਦੇ ਹੋ ਅਸੀਂ ਇਹ ਸਰੀਰ ਛੱਡ ਕੇ ਜਾ ਕੇ ਪ੍ਰਿੰਸਿਸ ਬਣਾਂਗੇ। ਫਿਰ ਸਕੂਲ ਵਿੱਚ ਪੜ੍ਹਨ ਜਾਵਾਂਗੇ। ਉੱਥੇ ਅਜਿਹੇ ਵਿਮਾਨ ਹੋਣਗੇ, ਫੁੱਲ ਪ੍ਰੂਫ ਹੋਣਗੇ। ਇਹ ਖੁਸ਼ੀ ਬੱਚਿਆਂ ਦੇ ਅੰਦਰ ਰਹੇ ਤਾਂ ਕਦੇ ਕਿਸੇ ਗੱਲ ਵਿੱਚ ਰੋਣਾ ਨਹੀਂ ਆਏਗਾ। ਤੁਸੀਂ ਸਮਝਦੇ ਹੋ ਨਾ ਕਿ ਅਸੀਂ ਪ੍ਰਿੰਸਿਸ ਬਣਾਂਗੇ।
ਤਾਂ ਕਿਉਂ ਨਹੀਂ ਅੰਦਰ ਵਿੱਚ ਖੁਸ਼ੀ ਹੋਣੀ ਚਾਹੀਦੀ। ਭਵਿੱਖ ਵਿੱਚ ਅਸੀਂ ਅਜਿਹੇ ਸਕੂਲ ਵਿੱਚ ਜਾਵਾਂਗੇ, ਇਹ ਕਰਾਂਗੇ। ਬੱਚਿਆਂ ਨੂੰ ਪਤਾ ਨਹੀਂ ਕਿਉਂ ਭੁੱਲ ਜਾਂਦਾ ਹੈ। ਬਹੁਤ ਨਸ਼ਾ ਚੜਿਆ ਰਹਿਣਾ ਚਾਹੀਦਾ ਹੈ। ਅੱਛਾ, ਮਿੱਠੇ ਮਿੱਠੇ ਸਿੱਕਿਲਾ ਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ ਹੈ, ਇਸ ਪੁਰਾਣੀ ਛੀਛੀ ਗੋਬਰ ਮਿਸਲ ਦੁਨੀਆ ਨੂੰ ਬੁੱਧੀ ਤੋਂ ਭੁੱਲ ਸਤਜੁਗੀ ਦੁਨੀਆ ਨੂੰ ਯਾਦ ਕਰ। ਅਪਾਰ ਖੁਸ਼ੀ ਤੇ ਨਸ਼ੇ ਵਿੱਚ ਰਹਿਣਾ ਹੈ, ਕਦੇ ਵੀ ਰੋਣਾ ਨਹੀਂ ਹੈ। ਦੂਜਾ, ਬਾਪ ਜੋ ਗੁਹਾ ਰਮਣੀਕ ਗੱਲਾਂ ਸੁਣਾਉਂਦੇ ਨੇ, ਉਹਨਾਂ ਨੂੰ ਧਾਰਨ ਕਰ ਸਭ ਨੂੰ ਸਮਝਾਣਾ ਹੈ। ਸਪਿਰਿਚੁਅਲ ਲੀਡਰ ਦਾ ਟਾਈਟਲ ਲੈਣਾ ਹੈ। ਵਰਦਾਨ ਹੈ, ਕਰਮ ਕਰਦੇ ਹੋਏ ਕਰਮ ਦੇ ਬੰਧਨ ਤੋਂ ਮੁਕਤ ਰਹਿਣ ਵਾਲੇ ਸਹਿਜ ਯੋਗੀ ਸਵਤः ਯੋਗੀ ਭਵ। ਕਰਮ ਕਰਦੇ ਹੋਏ ਕਰਮ ਦੇ ਬੰਧਨ ਤੋਂ ਮੁਕਤ ਰਹਿਣ ਵਾਲੇ ਸਹਿਜ ਯੋਗੀ ਸਵਤः ਯੋਗੀ ਭਵ। ਜੋ ਮਹਾਵੀਰ ਬੱਚੇ ਨੇ, ਉन्हें ਸਾਕਾਰੀ ਦੁਨੀਆ ਦੀ ਕੋਈ ਵੀ ਆਕਰਸ਼ਣ ਆਪਣੀ ਤਰਫ ਆਕਰਸ਼ਿਤ ਨਹੀਂ ਕਰ ਸਕਦੀ। ਉਹ ਖੁਦ ਨੂੰ ਇੱਕ ਸੈਕਿੰਡ ਵਿੱਚ ਨਿਆਰਾ ਤੇ ਬਾਪ ਦਾ ਪਿਆਰਾ ਬਣਾ ਸਕਦੇ ਨੇ। ਡਾਇਰੈਕਸ਼ਨ ਮਿਲਦੇ ਹੀ ਸਰੀਰ ਤੋਂ ਪਰੇ ਅਸ਼ਰੀਰੀ ਆਤਮ ਅਭਿਮਾਨੀ ਬੰਧਨ ਮੁਕਤ ਯੋਗ ਯੁਕਤ ਸਥਿਤੀ ਦਾ ਅਨੁਭਵ ਕਰਨ ਵਾਲੇ ਹੀ ਸਹਿਜ ਯੋਗੀ ਸਵਤः ਯੋਗੀ ਸਦਾ ਯੋਗੀ ਕਰਮ ਯੋਗੀ ਸ੍ਰੇਸ਼ਟ ਯੋਗੀ ਨੇ। ਜਦੋਂ ਚਾਹੋ ਜਿੰਨਾ ਸਮੇਂ ਚਾਹੋ ਆਪਣੇ ਸੰਕਲਪ ਸਵਾਸ ਨੂੰ ਇੱਕ ਪ੍ਰਾਣੇਸ਼ਵਰ ਬਾਪ ਦੀ ਯਾਦ ਵਿੱਚ ਸਥਿਤ ਕਰ ਸਕਦੇ ਹੋ। ਸਲੋਗਨ ਹੈ, ਇੱਕ ਰਸ ਸਥਿਤੀ ਦੇ ਸ੍ਰੇਸ਼ਟ ਆਸਨ ਤੇ ਵਿਰਾਜਮਾਨ ਹੋਣਾ ਇਹੀ ਤਪਸਵੀ ਆਤਮਾ ਦੀ ਨਿਸ਼ਾਨੀ ਹੈ। ਇੱਕ ਰਸ ਸਥਿਤੀ ਦੇ श्रेष्ठ आसन ते विराजमान होना यही तपस्वी आत्मा दी निशानी है। अच्छा, ओम शांति।